Hello everyone. In this video we will continue with chapter number 3 of class 7th science. ਜਿੱਦਾਂ ਕਿ ਆਪਾਂ ਰੀਡ ਆਊਟ ਕਰ ਚੁੱਕੇ ਸੀ ਕਿ what are the various methods rearing and breeding of the sheep, ਠੀਕ ਹੈ, ਕਿਹੜੇ ਕਿਹੜੇ ਮੈਥਡ ਹੈ ਸ਼ੀਪਸ ਨੂੰ ਰੀਅਰਿੰਗ ਤੇ ਬਰੀਡਿੰਗ ਕੀਤੀ ਜਾਂਦੀ ਹੈ ਤੇ ਕਿੱਦਾਂ ਉਹਨਾਂ ਦੀ ਟੇਕ ਕੇਅਰ ਕੀਤੀ ਜਾਂਦੀ ਹੈ, ਕਿੰਨਾ ਦੀ ਉਹਨੂੰ ਡੋਮੈਸਟਿਕ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਲੈਟਸ ਸਟਾਰਟ ਵਿਦ ਦੀ ਅਨਦਰ ਟੌਪਿਕ, ਪ੍ਰੋਸੈਸਿੰਗ ਫਾਈਬਰਸ ਇਨਟੂ ਵੂਲਸ। ਠੀਕ ਹੈ, ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਣੇ ਤੋਂ ਫਾਈਬਰਸ ਹੈ ਉਹ ਕਿੱਦਾਂ ਵੂਲ ਤੋਂ ਬਣਾਏ ਜਾਂਦੇ ਆ। ਠੀਕ ਹੈ, ਇਟਸ ਡਿਟੇਲਡ ਪ੍ਰੋਸੈਸ ਹੈ ਸਾਰਾ ਇਹ। ਠੀਕ ਹੈ, ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਜਾ ਕੇ ਇਹਨਾਂ ਨੇ ਸਾਰਾ ਕੁਝ ਸਮਝਾਉਣਾ ਹੈ। ਲੈਟਸ ਸਟਾਰਟ ਵਿਦ ਦੀ ਟੌਪਿਕ। The wool, which is used for knitting sweaters, for wearing shawls, is the finished product for a long process which involves the following steps। ਜਿੱਦਾਂ ਕਿ ਆਪਾਂ ਜਿਹੜੇ ਸਵੈਟਰਸ ਠੰਡ ਦੇ ਵਿੱਚ ਪਾਈ ਦੇ ਆ ਤੇ ਜਿਹੜੇ ਸ਼ਾਲਸ ਵਗੈਰਾ ਲੇਡੀਜ਼ ਲੈਂਦੀਆਂ ਆ, ਠੀਕ ਹੈ, ਠੰਡ ਦੇ ਵਿੱਚ, ਉਹ ਕਾਫੀ ਜ਼ਿਆਦਾ ਲੌਂਗ ਪ੍ਰੋਸੈਸ ਹੁੰਦਾ ਇਹਨਾਂ ਦਾ ਪਿੱਛੇ, ਕਾਫੀ ਜ਼ਿਆਦਾ ਫਿਨਿਸ਼ਿੰਗ ਪ੍ਰੋਸੈਸ, ਇਹਦਾ ਫਿਨਿਸ਼ ਪ੍ਰੋਸੈਸ ਜਿਹੜਾ ਪ੍ਰੋਡਕਟ ਹੁੰਦਾ ਕਾਫੀ ਲੌਂਗ ਟਾਈਮ ਬਾਅਦ, ਕਾਫੀ ਲੌਂਗ ਪ੍ਰੋਸੈਸ ਤੋਂ ਬਾਅਦ ਹੁੰਦਾ ਆਪਣੇ ਕੋਲ। ਲੈਟ ਸਟਾਰਟ ਵਿਦ ਦੀ ਸਟੈਪ ਨੰਬਰ 1। The fleece of the sheep along with the thin layer of a skin is removed from its body। This process is called the shearing। ਠੀਕ ਹੈ, ਸਟੈਪ ਨੰਬਰ 1 ਕੀ ਹੈ ਕਿ ਬੋਡੀ ਦੇ ਉੱਪਰੋਂ, ਸ਼ੀਪ ਦੀ ਬੋਡੀ ਦੇ ਉੱਪਰੋਂ ਸਿੰਪਲੀ ਜਿਹੜੀ ਉਹਦੀ ਹੇਅਰਸ ਹੈ, ਹੇਅਰਸ ਦੇ ਵਿੱਚ ਫਲੀਸ ਹੈ ਜਿਹੜੀ, ਠੀਕ ਹੈ, ਫਲੀਸ ਜਿਹੜੀ ਉਹਦੀ, ਉਹਨੂੰ ਰਿਮੂਵ ਕਰਨਾ। ਦਾ ਪ੍ਰੋਸੈਸ ਇਜ਼ ਕਾਲਡ ਦੀ ਸ਼ੇਅਰਿੰਗ। ਇਹਨੂੰ ਆਪਾਂ ਸ਼ੇਅਰਿੰਗ ਕਹਿੰਦੇ ਆ। ਮਸ਼ੀਨਸ ਸਿਮਿਲਰ ਟੂ ਦੋਜ਼ ਯੂਜ਼ਡ ਬਾਈ ਬਾਰਬਰਸ ਆਰ ਯੂਜ਼ ਟੂ ਸ਼ੇਵ ਆਫ ਹੇਅਰ। ਠੀਕ ਹੈ, ਜਿਹੜੇ ਹੇਅਰਸ ਹੈ, ਜਿੱਦਾਂ ਆਪਾਂ ਬਾਰਬਰਸ ਤੋਂ ਜਾਈਦਾ ਤਾਂ ਬਾਰਬਰਸ ਆਪਣੇ ਮਸ਼ੀਨ ਯੂਜ਼ ਕਰਕੇ ਹੇਅਰਸ ਨੂੰ ਰਿਮੂਵ ਕਰਦੇ, ਉੱਦਾਂ ਦੀ ਹੀ ਮਸ਼ੀਨਸ ਉਹਨਾਂ ਤੋਂ ਹੁੰਦੀਆਂ ਆ। ਠੀਕ ਹੈ, ਜੇ ਉਹ ਵੀ ਸ਼ੀਪ ਦੇ ਉੱਪਰੋਂ ਉੱਦਾਂ ਹੀ ਉਹਨਾਂ ਨੂੰ ਰਿਮੂਵ ਕਰ ਦਿੰਦੇ ਆ। ਦਿਸ ਇਨੇਬਲਸ ਸ਼ੀਪ ਟੂ ਸਰਵਾਈਵ ਵਿਦਾਊਟ ਦੇਅਰ ਪ੍ਰੋਟੈਕਟਿਵ ਕੋਟ ਆਫ ਹੇਅਰ। ਓਕੇ, ਯੂਜ਼ਿੰਗ ਹੇਅਰ ਆਰ ਰਿਮੂਵ ਡਿਊਰਿੰਗ ਦੀ ਹੌਟ ਵੈਦਰ। ਠੀਕ ਹੈ, ਜਿਹੜੇ ਹੇਅਰਸ ਨੂੰ ਰਿਮੂਵ ਕੀਤਾ ਜਾਂਦਾ ਹੌਟ ਵੈਦਰ ਦੇ ਵਿੱਚ ਹੀ ਰਿਮੂਵ ਕੀਤਾ ਜਾਂਦਾ, ਗਰਮੀਆਂ ਦੇ ਵਿੱਚ ਰਿਮੂਵ ਕੀਤਾ ਜਾਂਦਾ ਆ, ਸੋ ਦੈਟ ਕਿ ਉਹ ਠੰਡ ਦੇ ਵਿੱਚ ਉਹ ਕਿਤੇ ਠੰਡ ਨਾਲ ਉਹਦੀ ਡੈਥ ਹੀ ਨਾ ਹੋ ਜਾਵੇ, ਕਿਉਂਕਿ ਠੰਡ ਦੇ ਵਿੱਚ ਉਹਨਾਂ ਨੂੰ ਜਿਹੜੀ ਉਹ ਲੇਅਰ ਹੈ ਬੋਡੀ ਦੇ ਉੱਪਰ ਉਹਨਾਂ ਦੇ ਹੋ ਚੁੱਕੀ ਹੇਅਰ ਦੀ, ਉਹ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੁੰਦੀ ਠੰਡ ਦੇ ਉੱਪਰੋਂ। ਠੀਕ ਹੈ, the hair provide woolen fibers। woolen fibers are then processed to obtain a woolen yarn। ਠੀਕ ਹੈ, ਜਿਹੜੇ ਹੁਣ woolen fiber ਆਪਾਂ obtain ਕਰ ਚੁੱਕੇ ਹਾਂ, ਵੂਲ ਤੋਂ obtain ਕਰ ਲਈ ਹੈ, ਹੁਣ ਇਹਨਾਂ ਨੂੰ ਪ੍ਰੋਸੈਸ ਕੀਤਾ ਜਾਂਦਾ woolen yarns ਦੇ ਵਿੱਚ ਕਨਵਰਟ ਕਰਨ ਲਈ, ਵੂਲਨ ਦੇ ਧਾਗਿਆਂ ਦੇ ਵਿੱਚ ਕਨਵਰਟ ਕਰਨ ਲਈ ਇਹਨੂੰ ਪ੍ਰੋਸੈਸ ਕੀਤਾ ਜਾਂਦਾ। shearing does not hurt the sheep, does it, just as it does not hurt when you get hair cut or your father shaves his beard। ਠੀਕ ਹੈ, ਕਦੀ ਵੀ ਜਿਹੜੀ ਸ਼ੇਅਰਿੰਗ ਹੁੰਦੀ ਹੈ ਇਹ ਕਦੀ ਵੀ ਹਰਟ ਨਹੀਂ ਕਰਦੀ, ਕਿਉਂਕਿ ਜਿਹੜੇ ਹੇਅਰਸ ਨੂੰ, ਤੁਹਾਨੂੰ ਵੀ ਪਤਾ, ਤੁਸੀਂ ਬਾਰਬਰ ਕੋਲ ਜਾਂਦੇ ਆ ਤੇ ਤੁਸੀਂ ਵਾਲ ਕਟਾਉਂਦੇ, ਜਦੋਂ ਵਾਲ ਤੁਸੀਂ ਕਟਾਉਂਦੇ ਆ ਤੁਹਾਡੇ ਕਦੀ ਵੀ ਦਰਦ ਨਹੀਂ ਹੁੰਦੀ ਹੈ। ਠੀਕ ਹੈ, ਹਰਟ ਨਹੀਂ ਹੁੰਦੇ ਤੁਸੀਂ ਉਹਦੇ ਨਾਲ। ਠੀਕ ਹੈ, ਜਿੱਦਾਂ ਤੁਸੀਂ ਵਾਲ ਕਟਾਉਂਦੇ ਉੱਦਾਂ ਹੀ ਉਹਨਾਂ ਦੀ ਸ਼ੇਅਰਿੰਗ ਹੁੰਦੀ ਹੈ, ਉਹਨਾਂ ਦੀ ਵੀ ਜਿੱਦਾਂ ਰਿਮੂਵਸ ਹੁੰਦੇ ਆ ਹੇਅਰ। ਡੂ ਯੂ ਨੋ ਵਾਈ ਦ ਅਪਰ ਮੋਸਟ ਲੇਅਰ ਆਫ ਦੀ ਸਕਿਨ ਇਜ਼ ਡੈਡ, ਆਲਸੋ ਦਾ ਹੇਅਰ ਆਫ ਸ਼ੀਪ ਗਰੋ ਅਗੇਨ ਜਸਟ ਐਜ਼ ਯੋਰ ਹੇਅਰ ਡਜ਼। ਠੀਕ ਹੈ, ਜਿੱਦਾਂ ਕਿ ਆਪਣੀ ਉੱਪਰ ਮੋਸਟ ਜਿਹੜੀ ਲੇਅਰ ਹੁੰਦੀ ਹੈ ਸਕਿਨ ਦੀ ਉਹ ਡੈਡ ਹੁੰਦੀ ਹੈ। ਠੀਕ ਹੈ, ਉਹਦੇ ਨਾਲ ਕੀ ਹੈ, ਜਿੱਦਾਂ ਆਪਣੀ ਸਕਿਨ ਡੈਡ ਹੁੰਦੀ ਹੈ, ਉੱਦਾਂ ਹੀ ਸ਼ੀਪ ਦੀ ਵੀ ਸਕਿਨਸ ਉੱਪਰ ਮੋਸਟ ਜਿਹੜੀਆਂ ਹੁੰਦੀਆਂ ਡੈਡ ਹੁੰਦੀਆਂ ਆ, ਜਿਹਦੇ ਨਾਲ ਕੀ ਹੈ, ਸਿੰਪਲੀ ਜਦੋਂ ਹੇਅਰ ਰਿਮੂਵ ਹੁੰਦੇ ਆ ਤੇ ਦੁਬਾਰਾ ਥੋੜੇ ਟਾਈਮ ਬਾਅਦ ਆਪਣੇ ਆਪ ਹੀ ਗਰੋ ਕਰ ਜਾਂਦੀ ਹੈ। ਠੀਕ ਹੈ, next we have step number 2। the sheared skin with hair is thoroughly washed in tanks to remove grease, dust and dirt। ਹੁਣ ਜਿਹੜੀ sheared skin ਤੇ hair ਜਦੋਂ ਰਿਮੂਵ ਕੀਤੇ ਹੋਏ ਹੈ, ਠੀਕ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਧੋਤਾ ਜਾਂਦਾ ਹੈ, ਵਾਸ਼ ਕੀਤਾ ਜਾਂਦਾ ਹੈ ਟੈਂਕ ਦੇ ਅੰਦਰ। this is called the scouring। ਇਹਨੂੰ ਆਪਾਂ ਸਕੋਰਿੰਗ ਕਹਿੰਦੇ ਆ, ਸਕੋਰਿੰਗ। ਨਾਊ-ਡੇਜ਼ ਸਕੋਰਿੰਗ ਇਜ਼ ਡਨ ਬਾਈ ਮਸ਼ੀਨਸ। ਠੀਕ ਹੈ, ਮੋਸਟਲੀ ਜਿਹੜੀ ਸਕੋਰਿੰਗ ਹੈ ਉਹ ਮਸ਼ੀਨਸ ਦੇ ਨਾਲ ਹੀ ਡਨ ਕੀਤੀ ਜਾਂਦੀ, ਕੰਪਲੀਟ ਕੀਤੀ ਜਾਂਦੀ ਹੈ। ਸਟੈਪ ਨੰਬਰ 3। ਆਫਟਰ ਸਕੋਰਿੰਗ sorting is done। the hairy skin is sent to a factory where hair of different textures are separated or sorted। ਠੀਕ ਹੈ, ਬਾਅਦ ਵਿੱਚ ਇਹਨਾਂ ਨੂੰ ਮਸ਼ੀਨਸ ਮਤਲਬ ਫੈਕਟਰੀਜ਼ ਦੇ ਅੰਦਰ ਘੱਲ ਦਿੱਤਾ ਜਾਂਦਾ। ਫੈਕਟਰੀਜ਼ ਦੇ ਵਿੱਚ ਜਾ ਕੇ ਡਿਫਰੈਂਟ ਜਿਹੜੇ ਟੈਕਸਚਰਸ ਹੁੰਦੇ, ਜਿੱਦਾਂ ਜਿਹੜੀ ਬਲੈਕ ਕਲਰ ਦੀ ਸ਼ੀਪ ਹੋਊਗੀ, ਜਿਹੜੀ ਬਲੈਕ ਕਲਰ ਦੇ ਵੂਲ ਹੋਊਗਾ ਉਹਨੂੰ ਡਿਫਰੈਂਟ ਕਰ ਲਿਆ ਜਾਊਗਾ, ਬਰਾਊਨ ਕਲਰ ਦਾ ਡਿਫਰੈਂਟ ਕਰ ਲਿਆ ਜਾਊਗਾ, ਵਾਈਟ ਕਲਰ ਦਾ ਡਿਫਰੈਂਟ ਕਰ ਲਿਆ ਜਾਊਗਾ। ਸਟੈਪ ਨੰਬਰ 4 ਇਜ਼ ਯਰ the small fluffy fibers called burrs ਆਰ ਪਿਕਡ ਆਊਟ ਫਰੋਮ ਦੀ ਹੇਅਰ। ਠੀਕ ਹੈ, ਜਿਹੜੇ ਬੋਰਸ ਹੁੰਦੇ ਆ, ਜਿਹੜੇ ਬੋਰ ਉਹੀ ਹੁੰਦੇ ਆ ਜਿਹੜੇ ਆਪਣੀ ਕਲੋਥਸ ਦੇ ਉੱਪਰ ਵੀ ਬੋਰ ਆ ਜਾਂਦੇ ਆ, ਬਰਡਸ ਦੇ, ਉਹਦੇ ਬਾਰੇ ਗੱਲ ਕਰਦੇ ਪਏ। these are the same birds which sometime appear on your sweaters। the fibers are scoured again and dried। ਠੀਕ ਹੈ, ਇਹਨਾਂ ਨੂੰ ਫਾਈਬਰਸ ਨੂੰ ਦੁਬਾਰਾ ਸਕਰੋਡਡ ਕੀਤਾ ਜਾਂਦਾ, ਦੁਬਾਰਾ ਇਹਨਾਂ ਨੂੰ ਧੋਤਾ ਜਾਂਦਾ। ਠੀਕ ਹੈ, ਬਾਅਦ ਵਿੱਚ ਇਹਨਾਂ ਨੂੰ ਦੁਬਾਰਾ ਸਾਫ਼ ਕੀਤਾ ਜਾਂਦਾ ਹੈ ਫੈਕਟਰੀਜ਼ ਦੇ ਅੰਦਰ ਤੇ ਦੁਬਾਰਾ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। this is the wool ready to be drawn into fibers। ਠੀਕ ਹੈ, ਇਹਨਾਂ ਨੂੰ ਦੁਬਾਰਾ ਵੂਲ ਦੇ ਵਿੱਚ ਰੈਡੀ, ਫਾਈਬਰਸ ਦੇ ਵਿੱਚ ਕਨਵਰਟ ਕਰਨ ਲਈ ਰੈਡੀ ਕੀਤਾ ਜਾਂਦਾ ਹੈ। ਠੀਕ ਹੈ, ਬੋਰਡਸ ਨੂੰ ਵੀ।
ਸਟੈਪ ਨੰਬਰ 5 ਦਾ ਫਾਈਬਰਸ ਕੈਨ ਬੀ ਡਾਈਡ ਇਨਟੂ ਵੇਰੀਅਸ ਕਲਰਸ। ਜਿਹੜੇ ਫਾਈਬਰਸ ਆਪਾਂ ਬਣਾ ਚੁੱਕੇ ਹਾਂ, ਲੈ ਚੁੱਕੇ ਹਾਂ ਉਹਨਾਂ ਤੋਂ, ਠੀਕ ਹੈ, ਉਹਨਾਂ ਨੂੰ ਆਪਾਂ ਵੇਰੀਅਸ ਕਲਰਸ ਦੇ ਵਿੱਚ ਵੀ ਡਾਈ ਕਰ ਸਕਦੇ ਹਾਂ। ਐਜ਼ ਦਾ ਨੈਚੁਰਲ ਫਲੀ ਆਫ ਦਾ ਸ਼ੀਪ ਗੋਟ ਇਜ਼ ਬਲੈਕ, ਬਰਾਊਨ ਔਰ ਵਾਈਟ, ਠੀਕ ਹੈ। ਮੋਸਟਲੀ ਜਿਹੜੇ ਨੈਚੁਰਲ ਸ਼ੀਪ ਔਰ ਗੋਟ ਹੁੰਦੀ ਹੈ ਉਹ ਬਲੈਕ, ਬਰਾਊਨ ਔਰ ਵਾਈਟ ਦੇ ਵਿੱਚ ਹੀ ਹੁੰਦੀ ਹੈ, ਬਟ ਆਪਾਂ ਇਹਨਾਂ ਨੂੰ ਕਲਰਸ ਬਹੁਤ ਸਾਰੀਆਂ ਡਾਈ ਕਰਕੇ ਇਹਨਾਂ ਨੂੰ ਡਿਫਰੈਂਟ ਕਲਰਸ ਦੇ ਵਿੱਚ ਕਨਵਰਟ ਕਰ ਲਿਆ ਜਾਂਦਾ। ਸਟੈਪ ਨੰਬਰ 6 ਇਜ਼ ਯੋਰ ਦਾ ਫਾਈਬਰਸ ਆਰ ਸਟ੍ਰੇਟਨਡ, ਕੌਮਡ ਐਂਡ ਰੂਲਡ ਇਨਟੂ ਯਾਰਨਸ, ਠੀਕ ਹੈ। ਇਹਨਾਂ ਨੂੰ ਬਾਅਦ ਵਿੱਚ ਸਟ੍ਰੇਟ ਕੀਤਾ ਜਾਂਦਾ, ਕੌਮ ਕੀਤਾ ਜਾਂਦਾ, ਸੋ ਦੈਟ ਕਿ ਇਹ ਬਾਅਦ ਵਿੱਚ ਇਹਨਾਂ ਨੂੰ ਰੋਲ ਵੀ ਕਰ ਦਿੱਤਾ ਜਾਂਦਾ ਯਾਰਨਸ ਦੇ ਵਿੱਚ, ਠੀਕ ਹੈ। ਦਾ ਲੌਂਗਰ ਫਾਈਬਰਸ ਆਰ ਮੇਡ ਇਨਟੂ ਵੂਲ ਔਰ ਫॉर ਸਵੈਟਰਸ। ਜਿਹੜੇ ਲੰਬੇ ਫਾਈਬਰਸ ਹੁੰਦੇ ਤੁਹਾਡੇ ਕੋਲ ਉਹਨਾਂ ਨੂੰ ਸਵੈਟਰਸ ਦੇ ਵਿੱਚ ਕਨਵਰਟ ਕਰ ਲਿਆ ਜਾਂਦਾ। ਜਿਹੜੇ ਸ਼ਾਰਟਰ ਫਾਈਬਰਸ ਹੁੰਦੇ ਉਹਨੂੰ ਸਪਨ ਤੇ ਵੂਵਨ ਦੀ ਰੋਲ ਆਊਟ ਕਰਕੇ ਵੂਲਨ ਕਲੋਥ ਦੇ ਲਈ ਭੇਜ ਦਿੱਤਾ ਜਾਂਦਾ ਕਿ ਉਹਨਾਂ ਨੂੰ ਸਵੈਟਰਸ ਦੇ ਵਿੱਚ ਅੱਗੇ ਜਾ ਕੇ ਜਾਂ ਹੋਰ ਵੀ ਕਿਸੇ ਪਰਪਸ ਲਈ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ, ਠੀਕ ਹੈ। ਹੋਪ ਸੋ ਤੁਹਾਨੂੰ ਇਹ 6 ਦੇ 6 ਮੈਥਡ ਸਮਝ ਆ ਚੁੱਕੇ ਹੋਣਗੇ, ਠੀਕ ਹੈ। ਇਹਦੇ ਵਿੱਚ ਤੁਸੀਂ ਹੁਣ 6 ਸਟੈਪਸ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਆ। ਮੈਂ ਕੁਐਸਚਨ ਐਡ ਕਰ ਦੂੰਗਾ ਕਿ ਤੁਸੀਂ 6 ਸਟੈਪਸ ਨੂੰ ਚੰਗੀ ਤਰ੍ਹਾਂ ਲਿਖਣਾ ਆ। ਆਪਣੀ ਲੈਂਗੁਏਜ ਦੇ ਵਿੱਚ ਥੋੜ੍ਹਾ ਜਿਹਾ ਲਿਖ ਲਿਓ ਕਿਉਂਕਿ ਕਾਫੀ ਜ਼ਿਆਦਾ ਵੱਡੇ ਦਿੱਤੇ ਹੋਏ ਆ ਇਹਦੇ ਵਿੱਚ, ਠੀਕ ਹੈ, ਕਾਫੀ ਜ਼ਿਆਦਾ ਲੌਂਗ ਹੈ, ਓਕੇ। ਇੱਥੇ ਇੱਕ ਛੋਟੀ ਜਿਹੀ ਚੀਜ਼ ਸੀ, ਦਾ ਪ੍ਰੋਸੈਸ ਆਫ ਫਾਈਬਰ ਇਨਟੂ ਵੂਲ ਕੈਨ ਬੀ ਰਿਪਰੈਜ਼ੈਂਟਡ ਐਜ਼ ਫੋਲੋ। ਅਗਰ ਤੁਹਾਨੂੰ ਵਨ ਵਰਡਡ ਬਰੀਫ ਦੇ ਵਿੱਚ ਪੁੱਛਿਆ ਜਾਵੇ ਕਿ ਵਟ ਆਰ ਦਾ ਡਿਫਰੈਂਟ ਪ੍ਰੋਸੈਸ ਥਰੂ ਵਿਚ ਦਾ ਫਾਈਬਰ ਇਜ਼ ਕਨਵਰਟਡ ਇਨਟੂ ਵੂਲ, ਤੇ ਤੁਸੀਂ ਆਹ ਸਾਰੇ ਥੱਲੇ ਮੈਂਸ਼ਨ ਕਰਿਆ ਹੋ, ਸ਼ੇਅਰਿੰਗ, ਸਕੋਰਿੰਗ, ਸੌਰਟਿੰਗ, ਕਲੀਨਿੰਗ ਆਫ ਬਰਡਸ, ਡਾਈਇੰਗ ਐਂਡ ਰੋਲਿੰਗ, ਠੀਕ ਹੈ। ਸਾਰਾ ਕੁਛ ਇਹ ਥੱਲੇ ਮੈਂਸ਼ਨ ਕਰਿਆ ਹੈ। ਉੱਥੇ ਅਗਰ ਬਰੀਫ ਦੇ ਵਿੱਚ ਪੁੱਛਣ, ਅਗਰ ਡਿਟੇਲ ਦੇ ਵਿੱਚ ਪੁੱਛਣ, ਤੁਹਾਨੂੰ ਹਰੇਕ ਨੂੰ ਐਕਸਪਲੇਨ ਕਰਨਾ ਪੈਣਾ, ਵਟ ਇਜ਼ ਸ਼ੇਅਰਿੰਗ, ਵਟ ਇਜ਼ ਸਕੋਰਿੰਗ, ਵਟ ਇਜ਼ ਸੌਰਟਿੰਗ, ਵਟ ਇਜ਼ ਕਲੀਨਿੰਗ ਆਫ ਬਰਡਸ, ਡਾਈਇੰਗ, ਰੋਲਸ, ਕੀ ਹੈ ਆਪਣੇ ਕੋਲ, ਠੀਕ ਹੈ, ਓਕੇ। ਬਾਅਦ ਵਿੱਚ ਆਪਣੇ ਤੋਂ ਆ ਗਿਆ ਆ 3.2 ਦੈਟ ਇਜ਼ ਯੋਰ ਸਿਲਕ। ਸਿਲਕ ਫਾਈਬਰਸ ਆਰ ਆਲਸੋ ਐਨੀਮਲ ਫਾਈਬਰਸ। ਜਿਹੜੇ ਸਿਲਕ ਫਾਈਬਰਸ ਹੁੰਦੇ ਆ ਉਹ ਵੀ ਇੱਕ ਐਨੀਮਲ ਫਾਈਬਰਸ ਹੁੰਦੇ ਆ। ਸਿਲਕ ਵਾਰਮ ਸਪਿਨ ਇਨਟੂ ਦੀ ਸਕਿਲ ਫਾਈਬਰਸ, ਠੀਕ ਹੈ। ਜਿਹੜੇ ਸਿਲਕ ਵਾਰਮ ਹੁੰਦੇ ਆ ਸਪਿਨ, ਉਹਨਾਂ ਤੋਂ ਆਪਾਂ ਸਿਲਕ ਫਾਈਬਰ ਓਬਟੇਨ ਕਰਦੇ ਪਏ ਹਾਂ। ਦਾ ਰੇਅਰਿੰਗ ਆਫ ਸਿਲਕ ਵਾਰਮਸ ਫॉर ਓਬਟੇਨਿੰਗ ਸਿਲਕ ਇਜ਼ ਕਾਲਡ ਦੀ ਸੈਰੀਕਲਚਰ। ਇਹਨੂੰ ਆਪਾਂ ਸੈਰੀਕਲਚਰ ਕਹੀਦਾ। ਕਾਫੀ ਜ਼ਿਆਦਾ ਇੰਪੋਰਟੈਂਟ ਡੈਫੀਨੇਸ਼ਨ ਹੈ। ਤੁਹਾਨੂੰ ਪੁੱਛ ਸਕਦੇ ਆ ਕਿ ਆਪਾਂ ਸਿੰਪਲੀ ਸਿਲਕ ਫਾਈਬਰਸ ਨੂੰ ਕਿਹੜੇ ਕਲਚਰ ਤੋਂ ਓਬਟੇਨ ਕਰੀਦਾ ਹੈ, ਕਿਹੜੇ ਮੈਥਡ ਤੋਂ ਓਬਟੇਨ ਕਰੀਦਾ। ਦਾ ਰੇਅਰਿੰਗ ਆਫ ਸਿਲਕ ਵਾਰਮਸ ਫॉर ਓਬਟੇਨਿੰਗ ਸਿਲਕ, ਠੀਕ ਹੈ। ਸਿਲਕ ਵਾਰਮਸ ਤੋਂ ਜਿਹੜੀ ਸਿਲਕ ਆਪਾਂ ਓਬਟੇਨ ਕਰਦੇ ਉਹਨੂੰ ਸੈਰੀਕਲਚਰ ਕਹਿੰਦੇ ਪਏ ਹਾਂ। ਫਾਈਂਡ ਆਊਟ ਫਰੋਮ ਯਰ ਮਦਰ, ਆਂਟ, ਗ੍ਰੈਂਡਮਦਰ ਦਾ ਕਾਈਂਡ ਆਫ ਸਿਲਕ ਸਾੜੀਜ਼ ਦੇ ਹੈਵ। ਮੋਸਟਲੀ ਆਪਾਂ ਸਿਲਕ ਦੇ ਕਲੋਥ ਆਪਾਂ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਦੇਖ ਲਈਦੇ ਆ, ਠੀਕ ਹੈ। ਲਿਸਟ ਦਾ ਕਾਈਂਡਸ ਆਫ ਸਿਲਕ। ਬਿਫੋਰ ਵੀ ਡਿਸਕਸ ਦਾ ਪ੍ਰੋਸੈਸ ਆਫ ਓਬਟੇਨਿੰਗ ਦਾ ਸਿਲਕ, ਇਟ ਇਜ਼ ਨੈਸੈਸਰੀ ਟੂ ਨੋ ਇੰਟਰਸਟਿੰਗ ਲਾਈਫ ਹਿਸਟਰੀ ਆਫ ਅ ਸਿਲਕ ਮੋਥ, ਠੀਕ ਹੈ। ਮੋਸਟਲੀ ਜਿਹੜਾ ਸਿਲਕ ਮੋਥ ਦੀ ਲਾਈਫ ਹਿਸਟਰੀ ਤੋਂ ਹੀ ਆਪਾਂ ਸੌਰਟ ਆਊਟ ਕਰ ਸਕਦੇ ਕਿ ਆਪਾਂ ਸਿਲਕ ਨੂੰ ਕਿੱਦਾਂ ਓਬਟੇਨ ਕਰੀਦਾ, ਠੀਕ ਹੈ। ਲਾਈਫ ਹਿਸਟਰੀ ਆਫ ਅ ਸਿਲਕ ਮੋਥ, ਠੀਕ ਹੈ। ਆਪਾਂ ਸਿਲਕ ਮੋਥ ਦੀ ਲਾਈਫ ਹਿਸਟਰੀ ਬਾਰੇ ਜਾਵਾਂਗੇ ਕਿ ਉਹ ਕਿਹੜੇ ਡਿਫਰੈਂਟ ਪਾਰਟਸ, ਕਿਹੜੀ ਡਿਫਰੈਂਟ ਲਾਈਫ ਦੀ ਸਟੇਜਿਸ ਦੇ ਵਿੱਚੋਂ ਪਾਸ ਆਊਟ ਕਰਦਾ, ਸੋ ਦੈਟ ਕਿ ਆਪਾਂ ਨੂੰ ਸਿਲਕ ਉੱਥੋਂ ਮਿਲਦਾ ਪਿਆ। ਦਾ ਫੀਮੇਲ ਸਿਲਕ ਮੋਥ ਲੇ ਐਗਸ ਫਰੋਮ ਵਿਚ ਹੈਚ ਲਾਵੇ ਵਿਚ ਆਰ ਕਾਲਡ ਕੈਟਰਪਿਲਰਸ ਔਰ ਸਿਲਕ ਵਾਰਮਸ, ਠੀਕ ਹੈ। ਮੋਸਟਲੀ ਜਿਹੜੀ ਫੀਮੇਲ ਸਿਲਕ ਮੋਥ ਹੁੰਦੀ ਹੈ ਉਹ ਦੇਖੋ ਫਿਗਰ ਨੰਬਰ C ਦੇ ਵਿੱਚ ਤੁਸੀਂ ਦੇਖ ਸਕਦੇ ਮੇਲ ਐਂਡ ਫੀਮੇਲ। C ਫਿਗਰ ਦੇ ਵਿੱਚ ਉਹਨਾਂ ਨੇ ਮੁਲਬਰੀ ਲੀਵਸ ਦੇ ਉੱਪਰ ਉਹਨਾਂ ਨੇ ਐਗਸ ਨੂੰ ਲੇ ਡਾਊਨ ਕਰ ਦਿੱਤਾ ਹੈ, ਠੀਕ ਹੈ। ਉਹਨਾਂ ਨੂੰ ਕੈਟਰਪਿਲਰਸ ਜਾਂ ਸਿਲਕ ਵਾਰਮਸ ਵੀ ਕਹਿੰਦੇ ਪਏ ਆ। they grow in size when the caterpillar is ready to enter the next stage of its life history called the pupa, ਠੀਕ ਹੈ। ਬਾਅਦ ਵਿੱਚ ਉਹ ਥੋੜੇ ਟਾਈਮ ਦੇ ਨਾਲ ਗਰੋ ਕਰਦਾ ਰਹਿੰਦਾ ਹੈ ਜਿਹੜਾ ਐਗਸ ਨੂੰ ਲੇ ਕੀਤਾ ਗਿਆ, ਠੀਕ ਹੈ। ਐਗਸ ਨੂੰ ਲੇ ਕਰਨ ਤੋਂ ਬਾਅਦ ਉਹ ਸਿਲਕ ਵਾਰਮ ਦੇ ਵਿੱਚ ਚਲਾ ਜਾਂਦਾ। ਦੇਖੋ D ਫਿਗਰ ਦੇ ਵਿੱਚ ਤੁਹਾਡੇ ਕੋਲ ਸਿਲਕ ਵਾਰਮ ਬਣ ਗਿਆ। ਸਿਲਕ ਵਾਰਮ ਤੋਂ ਬਾਅਦ ਉਹ ਆਪਣੀ ਨੈਕਸਟ ਸਟੇਜ ਦੇ ਵਿੱਚ ਚੱਲਾ ਆ, ਦੈਟ ਇਜ਼ ਕਾਲਡ ਦੀ ਪਿਊਪਾ। ਇਟ ਫਸਟ ਵੀਵਸ ਅ ਨੈਟ ਟੂ ਹੋਲਡ ਇਟਸੈਲਫ, ਠੀਕ ਹੈ। ਪਹਿਲਾ ਕੰਮ ਹੁੰਦਾ ਉਹਨੇ ਇੱਕ ਨੈਟ ਬਣਾਉਣਾ, ਠੀਕ ਹੈ। ਇੱਕ ਨੈਟ ਬਣਾਉਣਾ ਹੁੰਦਾ ਉਹਨੇ, ਆ ਦੇਖੋ ਤੁਹਾਡੇ ਸਾਹਮਣੇ E ਫਿਗਰ ਦੇ ਵਿੱਚ ਇੱਕ ਛੋਟਾ ਜਿਹਾ ਨੈਟ ਬਣਾਉਣਾ ਹੁੰਦਾ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਸੇਫ ਰੱਖ ਸਕੇ, ਆਪਣੇ ਆਪ ਨੂੰ ਹੋਲਡ ਕਰ ਸਕੇ, ਠੀਕ ਹੈ। ਦੈਨ ਇਟ ਸਵਿੰਗਸ ਇਟਸ ਹੈਡ ਫਰੋਮ ਸਾਈਡ ਟੂ ਸਾਈਡ ਇਨ ਦੀ ਫਾਰਮ ਆਫ ਦੀ ਫਿਗਰ। ਸਿੰਪਲੀ ਉਹ ਆਪਣੇ ਹੈਡ ਨੂੰ ਸਵਿੰਗ ਕਰ ਲੈਂਦਾ, ਮਤਲਬ ਸਿਰ ਨੂੰ ਆਪਣੇ ਨੂੰ ਉੱਪਰ ਲਗਾ ਲੈਂਦਾ ਹੈ ਤੇ ਬਾਅਦ ਵਿੱਚ ਲਟਕਣਾ ਸ਼ੁਰੂ ਕਰ ਦਿੰਦਾ ਤੇ ਆਲੇ ਦੁਆਲੇ ਆਪਣੇ ਨੈਟ ਮੰਨ ਲੈਂਦਾ ਸਾਰਾ, ਠੀਕ ਹੈ। ਡਿਊਰਿੰਗ ਥੀਸ ਮੂਵਮੈਂਟਸ ਆਫ ਦੀ ਹੈਡ ਦਾ ਕੈਟਰਪਿਲਰ ਸਕਰੀਟਸ ਫਾਈਬਰ ਮੇਡ ਆਫ। ਇਸ ਜਿਹੜੀ ਮੂਵਮੈਂਟ ਦੇ ਵਿੱਚ ਜਦੋਂ ਉਹਨੇ ਹੈਡ ਆਪਣਾ ਸਕਰੀਟ ਕਰ ਲਿਆ, ਮਤਲਬ ਇੱਕ ਜਗ੍ਹਾ ਲਗਾ ਲਿਆ ਆ, ਠੀਕ ਹੈ, ਟੰਗ ਲਿਆ ਕਿਤੇ ਆਪਾਂ ਪੰਜਾਬੀ 'ਚ ਕਹੀਏ ਤੇ, ਠੀਕ ਹੈ। ਉਹਦੇ ਵਿੱਚ ਉਹ ਇੱਕ ਫਾਈਬਰ ਸਕਰੀਟ ਕਰਦਾ ਆ। ਦਾ ਕੈਟਰਪਿਲਰ ਸਕਰੀਟਸ ਫਾਈਬਰ ਮੇਡ ਆਫ protein which hardens the on exposure to air and become the silk fiber, ਠੀਕ ਹੈ। ਇੱਥੋਂ ਹੀ ਆਪਣੇ ਤੋਂ ਸਿਲਕ ਫਾਈਬਰ ਓਬਟੇਨ ਹੁੰਦਾ। ਉਹ ਕੀ ਕਰਦਾ, ਪਹਿਲਾਂ ਸੀ ਉਹਨੇ ਐਗ ਲੇ ਕੀਤੇ, ਠੀਕ ਹੈ। ਫੀਮੇਲ ਅਡਲਟ ਸਿਲਕ ਮੋਥ ਨੇ ਐਗ ਲੇ ਕੀਤੇ, ਦੈਟ ਇਜ਼ ਯੋਰ ਐਗਸ ਔਨ ਦੀ ਮੁਲਬਰੀ ਲੀਵਸ। ਬਾਅਦ ਵਿੱਚ ਉਹ ਸਿਲਕ ਵਾਰਮ ਦੇ ਵਿੱਚ ਕਨਵਰਟ ਹੋ ਗਿਆ। ਸਿਲਕ ਵਾਰਮ ਨੇ ਆਪਣੇ ਆਪ ਨੂੰ ਇੱਦਾਂ ਦੇ ਨੈੱਟ ਦੇ ਵਿੱਚ ਬੰਨ੍ਹ ਲਿਆ ਕਿ ਜਿੱਥੇ ਉਹ ਇੱਕ ਜਗ੍ਹਾ ਸਾਈਡ 'ਤੇ ਕਿਤੇ ਲੱਗਾ ਰਹੇ, ਮਤਲਬ ਜਾਂ ਕਿਸੇ ਜਗ੍ਹਾ 'ਤੇ ਉਹ ਟੰਗ ਲੈਂਦਾ ਆਪਣੇ ਆਪ ਨੂੰ, ਠੀਕ ਹੈ। ਕਕੂਨ ਦੇ ਵਿੱਚ ਕਨਵਰਟ ਹੋ ਜਾਂਦਾ। ਬਾਅਦ ਵਿੱਚ ਉਹ
ਕਕੂਨ ਤੋਂ ਕਕੂਨ ਵਿਦ ਡਿਵੈਲਪਿੰਗ ਮੂਥ ਦੇ ਵਿੱਚ ਆ ਦੇਖੋ ਆਲੇ ਦੁਆਲੇ ਜਿਹੜੀ ਇਹਦੀ ਫਿਨਿਸ਼ਿੰਗ ਜਿਹੜੀ ਆਲੇ ਦੁਆਲੇ ਇਹਦੇ ਕਵਰਿੰਗ ਲੱਗੀ ਹੋਈ ਹੈ, ਇਹ ਸਿਲਕ ਮੂਥ ਵਾਲੀ ਹੀ ਹੈ ਤੁਹਾਡੇ ਕੋਲ, ਠੀਕ ਹੈ, ਸਿਲਕ ਫਾਈਬਰ ਵਾਲੀ ਹੈ ਸੌਰੀ। ਸੂਨ ਦਾ ਕੈਟਰਪਿਲਰ ਕੰਪਲੀਟਲੀ ਕਵਰ ਇਟਸੈਲਫ ਬਾਈ ਦੀ ਸਿਲਕ ਫਾਈਬਰ, ਇਟ ਟਰਨਸ ਇਨਟੂ ਅ ਪਿਊਪਾ, ਠੀਕ ਹੈ, ਉਹ ਬਾਅਦ ਵਿੱਚ ਇੱਕ ਪਿਊਪਾ ਦੇ ਵਿੱਚ ਕਨਵਰਟ ਹੋ ਜਾਂਦਾ। ਦਿਸ ਕਵਰਿੰਗ ਇਜ਼ ਨੋਨ ਐਜ਼ ਦੀ ਕਕੂਨ, ਇਹਨੂੰ ਆਪਾਂ ਕਕੂਨ ਨੂੰ ਕਹੀਦਾ ਆ। The further development of the pupa into moth continuously inside the cocoon, silk fibers are used for weaving cloth silk, ਠੀਕ ਹੈ। ਮੋਸਟਲੀ ਜਿਹੜਾ ਸਿਲਕ ਆਪਣੇ ਕੋਲ ਜਿਹੜਾ ਉਹਨੇ ਆਪਣੇ ਆਪ ਨੂੰ ਆਲੇ ਦੁਆਲੇ ਉਹਨੇ ਪ੍ਰੋਟੀਨ ਲੀਵ ਕਰਕੇ, ਸਿਲਕ ਫਾਈਬਰ ਲੀਵ ਕਰਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਦਾ ਪਿਆ ਸੀ, ਜਿਹੜਾ ਉਹ ਫਾਈਬਰ ਲੀਵ ਕਰਦਾ ਪਿਆ ਸੀ, ਉੱਥੋਂ ਹੀ ਆਪਾਂ ਸਿਲਕ ਨੂੰ ਓਬਟੇਨ ਕਰੀਦਾ ਆ। ਕੈਨ ਯੂ ਇਮੇਜਿਨ ਦੈਟ ਦਾ ਸੋਫਟ ਸਿਲਕ ਇਜ਼ ਐਜ਼ ਸਟੋਰਿੰਗ ਐਜ਼ ਸਟਰੋਂਗ ਐਜ਼ ਦਾ ਕੈਪੇਬਲ ਆਫ ਥ੍ਰੈਡ ਆਫ ਅ ਸਟੀਲ, ਜਿਹੜੀ ਇਹ ਸੌਫਟ ਸਿਲਕ ਯਾਨ ਹੈ ਤੁਹਾਡੇ ਕੋਲ, ਜਿਹੜੀ ਇਹਨਾਂ ਤੋਂ ਆਪਾਂ ਨੂੰ ਓਬਟੇਨ ਹੁੰਦੀ ਪਈ ਸੀ ਸਿਲਕ ਫਾਈਬਰ ਤੋਂ, ਜਿਹੜੀ ਆਪਾਂ ਨੂੰ ਐਨੀਮਲ ਦਿੰਦਾ ਪਿਆ ਸੀ ਸਿਲਕ ਫਾਈਬਰ, ਠੀਕ ਹੈ, ਇਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਐਜ਼ ਅ ਸਟਰੋਂਗ ਆਫ ਸਟੀਲ ਆਫ ਅ ਥ੍ਰੈਡ, ਠੀਕ ਹੈ। ਆਪਣੇ ਕੋਲ ਜਿਹੜਾ ਥ੍ਰੈਡ ਹੁੰਦਾ ਹੈ ਸਟੀਲ ਦਾ, ਉਹ ਤੋਂ ਉਹਦੀ ਜਿੰਨੀ ਕੈਪੇਬਲ ਹੁੰਦੀ ਹੈ ਮਤਲਬ ਸਟਰੋਂਗ ਹੋਣ ਦੀ, ਠੀਕ ਹੈ। ਦਾ ਸਿਲਕ ਯਾਨ ਇਜ਼ ਓਬਟੇਨ ਫਰੋਮ ਦੀ ਕਕੂਨ ਆਫ ਦੀ ਸਿਲਕ ਮੋਥ, ਠੀਕ ਹੈ, ਜਿਹੜੀ ਸਿਲਕ ਯਾਨ ਹੈ ਆਪਣੀ ਉਹ ਕਕੂਨ ਦੇ ਸਿਲਕ ਮੋਥ ਤੋਂ ਓਬਟੇਨ ਕੀਤੀ ਜਾਂਦੀ ਹੈ। ਜਿਹੜੀ ਦੇਖੋ ਤੁਹਾਡੇ ਕੋਲ ਲਾਸਟ ਇਮੇਜ ਮੈਂ ਤੁਹਾਨੂੰ ਦਿਖਾਉਣਾ ਵੀ ਮੈਂ ਸੀ, ਆਲੇ ਦੁਆਲੇ ਜਿਹੜਾ ਪ੍ਰੋਟੀਨ ਹੈ ਇਹਦਾ, ਜਿਹੜਾ ਗੱਲ ਕਰਦੇ ਪਏ ਸੀ ਆਲੇ ਦੁਆਲੇ ਕਵਰ ਕਰਦਾ ਪਿਆ ਸੀ, ਦੈਟ ਇਜ਼ ਉਹਦੀ ਗੱਲ ਕਰਦੇ ਪਏ ਸੀ ਉਹ, ਠੀਕ ਹੈ। There is a variety of silk moth which look very different from one another and the silk yarn they yield is different in texture, ਠੀਕ ਹੈ। ਮੋਸਟਲੀ ਜਿਹੜੇ ਸਿਲਕ ਵਰਮਸ ਹੁੰਦੇ ਆ ਉਹ ਇੱਕ ਦੂਜੇ ਤੋਂ ਅਲੱਗ ਹੀ ਦੇਖਦੇ ਹੁੰਦੇ ਆ, ਅਲੱਗ-ਅਲੱਗ ਟੈਕਸਚਰ ਓਬਟੇਨ ਕਰਦੇ। ਦਸ ਜਿੱਦਾਂ ਹੁਣ ਦੇਖੋ ਕੋਈ ਸਮੂਥ ਹੋਊਗਾ, ਕੋਈ ਸ਼ਾਈਨੀ ਹੋਊਗਾ, ਕੋਈ ਕੋਰਸ ਹੋਊਗਾ, ਕੁਛ ਮਤਲਬ ਹਾਰਡ ਹੋਊਗਾ ਥੋੜਾ ਜਿਹਾ, ਟੀਸਰ ਸਿਲਕ, ਮੋਗਾ ਸਿਲਕ, ਕੋਸਾ ਸਿਲਕ, ਠੀਕ ਹੈ। ਡਿਫਰੈਂਟ ਨਾਮਸ ਦਿੱਤੇ ਹੋਏ ਆ ਕਿ ਕਿਹੜੇ ਕਿਹੜੇ ਸਿਲਕਸ ਕਿਹੜੇ ਕਿਹੜੇ ਪ੍ਰੋਪਰਟੀ ਨੂੰ ਹੋਲਡ ਕਰਦੇ ਹੋਏ, ਠੀਕ ਹੈ। ਕੋਈ ਸਮੂਥ ਹੁੰਦਾ, ਕੋਈ ਸ਼ਾਈਨੀ ਹੁੰਦਾ, ਕੋਈ ਕੋਰਸ ਹੁੰਦਾ ਹੈ। ਦ ਮੋਸਟ ਕਾਮਨ ਸਿਲਕ ਮੋਥ ਇਜ਼ ਮਲਬਰੀ ਸਿਲਕ ਮੋਥ, ਠੀਕ ਹੈ। ਮਲਬਰੀ ਸਿਲਕ ਮੋਥ ਮੋਸਟਲੀ ਜਿਹੜਾ ਕਾਮਨ ਹੁੰਦਾ ਹੈ। ਸਿਲਕ ਫਾਈਬਰ ਫਰੋਮ ਦੀ ਕਕੂਨ ਆਫ ਦੀ ਮੋਥ ਇਜ਼ ਸੌਫਟ, ਲਸਟਰਸ, ਇਲਾਸਟਿਕ, ਕੈਨ ਬੀ ਡਾਈਡ ਇਨਟੂ ਬਿਊਟੀਫੁਲ ਕਲਰਸ, ਠੀਕ ਹੈ। ਮੋਸਟਲੀ ਦੀ ਪ੍ਰੋਪਰਟੀਜ਼ ਕੀ ਹੁੰਦੀਆਂ ਕਿ ਕਾਫੀ ਜ਼ਿਆਦਾ ਸੌਫਟ ਹੁੰਦਾ, ਲਸਟਰਸ ਮਤਲਬ ਚਮਕਦਾ ਬਹੁਤ ਹੁੰਦਾ ਹੈ, ਅਤੇ ਇਲਾਸਟਿਕ ਮਤਲਬ ਇਹਨੂੰ ਕਾਫੀ ਜ਼ਿਆਦਾ ਆਪਾਂ ਈਜ਼ੀਲੀ ਸਟ੍ਰੈਚ ਆਊਟ ਕਰ ਸਕਦੇ ਹਾਂ, ਟੁੱਟਦਾ ਨਹੀਂ ਹੈ ਛੇਤੀ, ਠੀਕ ਹੈ। ਕੈਨ ਬੀ ਡਾਈਡ ਇਨਟੂ ਬਿਊਟੀਫੁਲ ਕਲਰਸ, ਇਹਨਾਂ ਨੂੰ ਕਾਫੀ ਕਲਰਸ ਦੇ ਵਿੱਚ ਆਪਾਂ ਡਾਈ ਵੀ ਕਰ ਸਕਦੇ ਹਾਂ। ਸੈਰੀਕਲਚਰ ਔਰ ਕਲਚਰ ਆਫ ਸਿਲਕ ਵਰਮਸ ਇਜ਼ ਵੈਰੀ ਓਲਡ ਆਕੂਪੇਸ਼ਨ ਇਨ ਇੰਡੀਆ, ਠੀਕ ਹੈ। ਕਾਫੀ ਟਾਈਮ ਤੋਂ ਇੰਡੀਆ ਦੇ ਵਿੱਚ ਹੁੰਦਾ ਆ ਰਿਹਾ ਹੈ। ਇੰਡੀਆ ਪ੍ਰੋਡਿਊਸ ਪਲੈਂਟੀ ਆਫ ਸਿਲਕ ਔਨ ਅ ਕਮਰਸ਼ੀਅਲ ਸਕੇਲ, ਅਤੇ ਕਮਰਸ਼ੀਅਲ ਸਕੇਲ ਦੇ ਵਿੱਚ ਫੈਕਟਰੀਜ਼ ਦੇ ਵਿੱਚ ਬਹੁਤ ਜ਼ਿਆਦਾ ਸਿਲਕ ਦਾ ਪ੍ਰੋਡਕਸ਼ਨ ਹੁੰਦੀ ਹੈ ਆਪਣੇ ਇੰਡੀਆ ਦੇ ਵਿੱਚ ਵੀ, ਠੀਕ ਹੈ। ਹੋਪ ਸੋ ਤੁਹਾਨੂੰ ਇਹ ਸਮਝ ਆ ਚੁੱਕਾ ਹੋਊਗਾ। ਡਾਇਗਰਾਮ ਦੇ ਨਾਲ ਤੁਸੀਂ ਈਜ਼ੀਲੀ ਇਹਨੂੰ ਸਮਝ ਸਕਦੇ ਆ। ਪਹਿਲਾਂ ਐਗਸ ਔਨ ਦੀ ਮੁਲਬਰੀ ਬਾਜੂ ਸਿਲਕ ਵਰਮ ਨੂੰ ਬਾਅਦ ਵਿੱਚ ਉਹਨੇ ਪ੍ਰੋਟੈਕਟਿਵ ਲੇਅਰ ਲਗਾ ਕੇ ਆਪਣੇ ਆਪ ਨੂੰ ਕਕੂਨ ਦੇ ਵਿੱਚ ਕਵਰ ਕਰ ਲਿਆ। ਕਕੂਨ ਤੋਂ ਬਾਅਦ ਉਹਨਾਂ ਨੇ ਇੱਦਾਂ ਦਾ ਇੱਕ ਫਾਈਬਰ ਰਿਲੀਜ਼ ਕਰਦਾ ਪਿਆ ਆਪਣੀ ਬੋਡੀ ਦੇ ਉੱਪਰ, ਇੱਦਾਂ ਦਾ ਕੀ ਕਹਿੰਦੇ ਕੈਮੀਕਲ ਰਿਲੀਜ਼ ਕਰਦਾ ਪਿਆ ਆਪਣੀ ਬੋਡੀ ਦੇ ਉੱਪਰ, ਜਿਹੜਾ ਆਪਾਂ ਐਜ਼ ਅ ਸਿਲਕ ਵਰਮ ਸਿਲਕ ਕਲੋਥ ਲਈ ਬਣਾਉਣ ਦੇ ਲਈ ਆਪਾਂ ਯੂਜ਼ ਕਰਦੇ ਮੈਂ, ਸਿਲਕ ਫਾਈਬਰ ਨੂੰ ਕਨਵਰਟ ਕਰਨ ਦੇ ਲਈ, ਠੀਕ ਹੈ। ਉਹਨੂੰ ਆਪਾਂ ਯੂਜ਼ ਕਰਦੇ ਮੈਂ, ਅਤੇ ਪੂਰੇ ਕਲਚਰ ਨੂੰ ਆਪਾਂ ਸੈਰੀਕਲਚਰ ਕਹੀਦਾ ਆ, ਠੀਕ ਹੈ। ਹੋਪ ਸੋ ਤੁਹਾਨੂੰ ਇਹ ਸਾਰਾ ਕੁਝ ਸਮਝ ਆ ਚੁੱਕਾ ਹੋਊਗਾ। ਦੈਟਸ ਇਨਫ ਫॉर ਟੁਡੇ, ਬਾਕੀ ਆਪਾਂ ਨੈਕਸਟ ਟਾਈਮ ਕੰਟੀਨਿਊ ਕਰਾਂਗੇ ਇੱਥੋਂ ਹੀ। ਓਕੇ, ਥੈਂਕ ਯੂ।